ਕੇਂਦਰ ਸਰਕਾਰ ਵੱਲੋਂ ਜ਼ਰੂਰ ਅਜਿਹੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਕਿ ਇਸ ਸੰਘਰਸ਼ ਨੂੰ ਤੋੜਿਆ ਜਾਵੇ। ਉਹ ਕਿਸ ਤਰੀਕੇ ਕਦੇ ਕਿਸੇ ਨੂੰ ਭੇਜ ਦਿੰਦੇ ਆ, ਕਦੇ ਕਿਸੇ ਤੋਂ ਬਿਆਨ ਜਾਰੀ ਕਰਵਾ ਦਿੰਦੇ ਆ, ਕਦੇ ਕੁਝ ਹੋ ਜਾਂਦਾ ਜੀ। ਕਿਸਾਨੀ ਅੰਦੋਲਨ ਜਿਹੜਾ ਚੱਲ ਰਿਹਾ ਹੈ ਇਹਦੇ ਵਿੱਚੋਂ ਹੀ ਲੋਕ ਕੋਈ ਕੁਝ ਕਿਸੇ ਬਾਰੇ ਗੱਲ ਕਹਿ ਦਿੰਦਾ, ਕੋਈ ਕਿਸੇ ਰਾਜਨੀਤਿਕ ਪਾਰਟੀ ਦਾ ਨਾਮ ਲਾ ਦਿੰਦਾ। ਐਂਡ ਆਫ ਦਾ ਡੇ ਵੀ ਪਾੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਲੰਬੇ ਸਮੇਂ ਤੋਂ ਮੋਹਾਲੀ ਵਿੱਚ ਭੁੱਖ ਹੜਤਾਲ ਤੇ ਚੱਲ ਰਹੇ ਵਿੱਚ ਅੱਜ ਗੈਵੀ ਚਹਿਲ ਜੀ ਪੁੱਜੇ ਨੇ, ਹੌਸਲਾ ਦੇਣ ਪੁੱਜੇ ਨੇ। ਗੱਲਬਾਤ ਕਰ ਲੈਂਦੇ ਆ ਗੈਵੀ ਚਹਿਲ ਜੀ ਨਾਲ। ਗੈਵੀ ਜੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਸਰ, ਕਿਵੇਂ ਦੇਖਦੇ ਹੋ ਸੰਘਰਸ਼ ਨੂੰ? ਕਿਉਂਕਿ ਕਿਸਾਨਾਂ ਦੇ ਸੰਘਰਸ਼ ਕੇ ਬੈਠੇ ਹੋਏ 8 ਤੋਂ 9 ਮਹੀਨੇ ਹੋ ਚੁੱਕੇ ਨੇ। ਹੁਣ ਕਿਵੇਂ ਦੇਖਦੇ ਹੋ ਤੁਸੀਂ ਸਥਿਤੀ? ਦੇਖੋ ਲੰਬੀ ਤਾਂ ਬਹੁਤ ਹੋ ਗਈ ਜੀ, ਪਰ ਸੰਘਰਸ਼ ਇਦਾਂ ਹੀ ਹੁੰਦੇ ਆ ਜੀ। ਬਸ ਮੈਨੂੰ ਲੱਗਦਾ ਸਰਕਾਰ ਦੀ ਜ਼ਿੱਦ ਅੜੀ ਹੋਈ ਹੈ ਜੀ। ਬਾਕੀ ਜਿਹੜੀ ਮਿਸਾਲ ਆਪਣੇ ਸੰਘਰਸ਼ ਨੇ ਦਿੱਤੀ ਹੈ ਪੂਰੀ ਦੁਨੀਆ ਦੇ ਵਿੱਚ, ਉਹ ਕਾਬਲੇ ਤਾਰੀਫ ਹੈ ਜੀ। ਕਿਉਂਕਿ ਲੋਕ ਜਿਹੜੇ ਕਿਤੇ ਨਾ ਕਿਤੇ ਦਬਦੇ ਹੁੰਦੇ ਸੀਗੇ, ਸੋ ਪੰਜਾਬੀਆਂ ਦੀ ਹਮੇਸ਼ਾ ਦੇਣ ਰਹੀ ਹੈ। ਚਾਹੇ ਤੁਸੀਂ ਆਜ਼ਾਦੀ ਟਾਈਮ ਦੇਖ ਲਓ, ਹੈ ਨਾ ਜੀ। ਸੰਘਰਸ਼ ਹਮੇਸ਼ਾ ਲੰਬੇ ਹੁੰਦੇ ਆ ਜੀ। ਪੰਜਾਬੀ ਦੀ ਸ਼ਾਇਦ ਕਿਸਮਤ 'ਚ ਹੀ ਇੱਦਾਂ ਦੇ ਲਿਖੇ ਹੋਈਆਂ ਕੁਰਬਾਨੀਆਂ ਤੇ ਸੰਘਰਸ਼ ਕਰਨੇ। ਸੋ ਮੈਂ ਤਾਂ ਪੋਜ਼ਿਟਿਵ ਹੀ ਦੇਖਦਾ ਜੀ, ਚੜ੍ਹਦੀ ਕਲਾ 'ਚ ਹੈਗੇ ਆ ਜੀ, ਤੇ ਆਪਾਂ ਫਤਿਹ ਜ਼ਰੂਰ ਹਾਸਲ ਕਰਕੇ ਰਹਾਂਗੇ। ਲੱਖਾ ਸਿਧਾਣਾ ਵੱਲੋਂ ਸੈਨੇਟ ਦੀਆਂ ਪ੍ਰੀਖਿਆ ਵਿੱਚ ਕਿਹਾ ਗਿਆ ਕਿ ਜਦੋਂ ਸੈਨੇਟ ਦੇ ਇਲੈਕਸ਼ਨ ਨਹੀਂ ਹੋ ਰਹੇ, ਉਸ ਪਿੱਛੇ ਜਿਹੜਾ ਸੰਘਰਸ਼ ਆ ਉਹਨੂੰ ਪਾੜਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ। ਕਿਉਂਕਿ ਇੱਧਰੋਂ ਸੈਨੇਟ ਵੱਲ ਅਸੀਂ ਆ ਗਏ ਆ ਤੇ ਉਧਰ ਇੱਕ ਪਾਸੇ ਬਾਰਡਰ ਤੇ ਬੈਠੇ ਆ। ਕਿਵੇਂ ਦੇਖਦੇ ਹੋ? ਦੇਖੋ, ਕਿਸੇ ਦੀ ਕੋਈ ਪਰਸਨਲ ਕਿਸੇ ਨੇ ਓਪੀਨੀਅਨ ਦਿੱਤਾ, ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈਗੀ ਜੀ, ਨਾ ਮੈਂ ਕੁਝ ਕਹਿਣਾ ਚਾਹੁੰਦਾ। ਬਸ ਇਹੀ ਹੈਗਾ ਵੀ ਕੇਂਦਰ ਸਰਕਾਰ ਵੱਲੋਂ ਜ਼ਰੂਰ ਅਜਿਹੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਕਿ ਇਸ ਸੰਘਰਸ਼ ਨੂੰ ਤੋੜਿਆ ਜਾਵੇ। ਉਹ ਕਿਸ ਤਰੀਕੇ ਕਦੇ ਕਿਸੇ ਨੂੰ ਭੇਜ ਦਿੰਦੇ ਆ, ਕਦੇ ਕਿਸੇ ਤੋਂ ਬਿਆਨ ਜਾਰੀ ਕਰਵਾ ਦਿੰਦੇ ਆ, ਕਦੇ ਕੁਝ ਹੋ ਜਾਂਦਾ ਜੀ। ਇਹ ਹੁਣ ਸਾਰਿਆਂ ਦੀ ਦੇਖੋ ਆਪਣੀ ਇਕਜੁੱਟਤਾ, ਆਪਣੀ ਸਮਝ ਹੈਗੀ ਆ ਵੀ ਆਪਾਂ ਕਿਸ ਤਰੀਕੇ ਚੱਲਣਾ। ਸੋ ਸਾਰਿਆਂ ਨੂੰ ਇਹੀ ਗੁਜ਼ਾਰਿਸ਼ ਹੈ ਜੀ ਵੀ ਆਪਾਂ ਇਕਜੁੱਟ ਹੋ ਕੇ ਕੇਂਦਰ ਸਰਕਾਰ ਦੀ ਕਿਸੇ ਵੀ ਗਲਤ ਨੀਤੀ ਦਾ ਆਪਾਂ ਸ਼ਿਕਾਰ ਨਾ ਹੋਈਏ। ਆਪਸੀ ਭਾਈਚਾਰੇ ਦੇ ਨਾਲ, ਆਪਸੀ ਪਿਆਰ ਦੇ ਨਾਲ ਜਿਵੇਂ ਪਹਿਲੇ ਦਿਨ ਤੋਂ ਸੰਘਰਸ਼ ਜੁੜੇ ਆ, ਉੱਦਾਂ ਹੀ ਜੁੜੇ ਰਹੀਏ। ਕਿਵੇਂ ਦੇਖਦੇ? ਦੂਜੇ ਪਾਸੇ ਸੋਨੀਆ ਮਾਨ ਜੀ ਇੱਥੇ ਆ ਕੇ ਬਿਆਨ ਦਿੰਦੇ ਨੇ ਕਿ ਅਗਰ ਇਲੈਕਸ਼ਨ ਵਿੱਚ ਲੜਨਾ ਪਿਆ ਤਾਂ ਇਲੈਕਸ਼ਨ ਵੀ ਲੜਾਂਗੇ। ਦੂਜੇ ਪਾਸੇ ਅਗਰ ਇਲੈਕਸ਼ਨਾਂ ਦੀ ਗੱਲ ਹੁੰਦੀ ਹੈ, ਜੇ ਕਿਸਾਨੀ ਆਗੂ ਇਲੈਕਸ਼ਨਾਂ ਦੀ ਗੱਲ ਕਰਦੇ ਨੇ, ਉਹਨਾਂ ਨੂੰ ਸੰਯੁਕਤ ਮੋਰਚੇ ਵਿੱਚੋਂ ਕੱਢ ਦਿੱਤਾ ਜਾਂਦਾ। ਨਹੀਂ, ਦੇਖੋ ਪਾਵਰ ਹੋਣੀ ਹੱਥ ਦੇ ਵਿੱਚ ਬਹੁਤ ਜ਼ਰੂਰੀ ਹੈ ਜੀ, ਕਿਉਂਕਿ ਪਾਵਰ ਦੇ ਨਾਲ ਹੀ ਆਪਾਂ ਫੈਸਲੇ ਲਏ ਜਾਂਦੇ ਨੇ। ਸੋ ਨਾਲੇ ਜਿੰਨਾ ਕੰਪੀਟੀਸ਼ਨ ਹੋਊਗਾ ਜੀ, ਮੈਂ ਕਹਿੰਦਾ ਉਨਾ ਜ਼ਿਆਦਾ ਵਧੀਆ। ਜਿਹੜੇ ਚੇਂਜ, ਇੱਕ ਬਦਲਾਅ ਆਉਣਾ ਬਹੁਤ ਜ਼ਰੂਰੀ ਹੈਗਾ। ਜੇ ਇਲੈਕਸ਼ਨਸ ਦੇ ਵਿੱਚ ਆਪਣੇ ਆਗੂ ਖੜੇ ਹੁੰਦੇ ਨੇ ਜੀ, ਮੈਂ ਕਹਿੰਦਾ ਜ਼ਰੂਰ ਆਪਣੇ ਹੱਕਾਂ ਲਈ ਜੇ ਇੱਥੇ ਜੇ ਉਹਨਾਂ ਦੇ ਹੱਥ 'ਚ ਪਾਵਰ ਹੋਊਗੀ ਤਾਂ ਸ਼ਾਇਦ ਚੀਜ਼ਾਂ ਹੋਰ ਆਸਾਨ ਹੋ ਜਾਣਗੀਆਂ। ਆਪਣੇ ਮੰਗਾਂ ਮਨਵਾਉਣੀਆਂ, ਆਪਣੇ ਹੱਕ ਰੱਖਣੇ ਹੋਰ ਸੌਖੇ ਹੋ ਜਾਣਗੇ ਜੀ। ਬਾਕੀ ਉਹੀ ਹੈ ਵੀ ਕੋਈ ਵੀ ਬੰਦਾ ਕੋਈ ਬਿਆਨ ਦਿੰਦਾ, ਜੇ ਕੋਈ ਉਹਦੀ ਓਪੋਜੀਸ਼ਨ ਹੁੰਦੀ ਹੈ ਜੀ, ਉਹ ਕਿਤੇ ਨਾ ਕਿਤੇ ਉਹੀ ਹੈ ਵੀ ਉਸ ਚੀਜ਼ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸੋ ਮੈਂ ਤਾਂ ਹਮੇਸ਼ਾ ਇਹ ਕਹਿਣਾ ਜੀ, ਜੇ ਆਪਾਂ ਰਾਜਨੀਤੀ ਦੀ ਗੱਲ ਕਰੀਏ ਵੀ ਰਾਦਰ ਦੈਨ ਇੱਕ ਦੂਜੇ 'ਚ ਬੁਰਾਈਆਂ ਕੱਢਣ ਦੇ ਨਾਲੋਂ ਕਿਉਂ ਕੋਈ ਇਕਜੁੱਟਤਾ ਹੋਣ ਦੀ ਗੱਲ ਕਿਉਂ ਨਹੀਂ ਕਰਦਾ? ਜੇ ਆਪਾਂ ਹੁਣ ਜਿਵੇਂ ਕਰੋਨਾ ਚੱਲਦਾ, ਕੋਈ ਦੂਜੀ ਸਰਕਾਰ ਤੇ ਤਹਿਮਤ ਲਾ ਦਿੰਦਾ, ਕੋਈ ਉਹ ਤੇ ਵੀ ਕਮਲਿਓ ਆਹ ਮੌਕਾ ਇੱਕ ਦੂਜੇ ਦੇ ਉੱਤੇ ਤਹਿਮਤਾਂ ਲਾਉਣ ਦਾ, ਇਕੱਠੇ ਹੋ ਕੇ ਆਪਾਂ ਉਸ ਮੁਸੀਬਤ ਨੂੰ ਨਜਿੱਠੀਏ। ਹੁਣ ਆਹੀ ਆਪਣਾ ਕਿਸਾਨੀ ਅੰਦੋਲਨ ਜਿਹੜਾ ਚੱਲ ਰਿਹਾ ਹੈ ਇਹਦੇ ਵਿੱਚੋਂ ਹੀ ਲੋਕ ਕੋਈ ਕੁਝ ਕਿਸੇ ਬਾਰੇ ਗੱਲ ਕਹਿ ਦਿੰਦਾ, ਕੋਈ ਕਿਸੇ ਰਾਜਨੀਤਿਕ ਪਾਰਟੀ ਦਾ ਨਾਮ ਲਾ ਦਿੰਦਾ। ਐਂਡ ਆਫ ਦਾ ਡੇ ਵੀ ਪਾੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸੋ ਇਹਨਾਂ ਚੀਜ਼ਾਂ ਨੂੰ ਇੱਕ ਅਲੱਗ ਸਾਈਡ ਦੇ ਉੱਤੇ ਰੱਖ ਕੇ ਮੈਂ ਕਹਿੰਦਾ ਇਕੱਠੇ ਹੋ ਕੇ ਇੱਕ ਆਪਣੀ ਮੰਗ ਦੇ ਲਈ ਸਾਰਿਆਂ ਨੂੰ ਇਕੱਠੇ ਹੋ ਕੇ ਆਪਣੇ ਬੋਲ ਅੱਗੇ ਰੱਖਣੇ ਚਾਹੀਦੇ। ਸਿਆਸੀ ਸਵਾਲ ਹਰਜੀਤ ਸਿੰਘ ਰੰਧਾਵਾ ਨੇ ਬਿਆਨ ਦਿੱਤਾ ਕਿ ਹੁਣ ਮੈਂ ਬੀਜੇਪੀ ਛੱਡ ਕੇ ਅਕਾਲੀ ਦਲ ਵਿੱਚ ਜਾ ਰਿਹਾ। ਹੁਣ 20 ਤਰੀਕ ਨੂੰ ਉਹਨਾਂ ਨੂੰ ਜਿਹੜਾ ਕੀ ਹੈ ਉਹ ਅਕਾਲੀ ਦਲ ਵਿੱਚ ਸੁਖਬੀਰ ਬਾਦਲ ਦੀ ਅਗਵਾਈ ਵਿੱਚ ਕੀਤਾ ਜਾਵੇਗਾ। ਕਿਵੇਂ ਸਮਝਦੇ ਹੋ ਹੁਣ ਬੀਜੇਪੀ ਛੱਡ ਕੇ ਹੁਣ ਅਕਾਲੀ ਦਲ ਵਿੱਚ ਆ ਰਹੇ ਨੇ? ਦੇਖੋ ਜੀ, ਜੇ ਕੋਈ ਵੀ ਪਾਰਟੀ ਛੱਡ ਕੇ ਦੂਜੀ ਪਾਰਟੀ 'ਚ ਸ਼ਾਮਿਲ ਹੁੰਦਾ ਤਾਂ ਜਿਹੜੀ ਪਾਰਟੀ 'ਚ ਸ਼ਾਮਿਲ ਹੁੰਦਾ ਜੀ, ਇਹਦਾ ਮਤਲਬ ਉਹਨੇ ਚੰਗੇ ਕੰਮ ਕੀਤੇ ਆ। ਜਿਹਨੂੰ ਛੱਡ ਕੇ ਤਾਂ ਉਹ ਫਿਰ ਹੁਣ ਬੀਜੇਪੀ ਜੇ ਸਰਕਾਰ ਦੀ ਗੱਲ ਕਰਦੇ ਹੋ ਜੀ, ਕੋਈ ਚੀਜ਼ ਲੁਕੀ ਨਹੀਂ ਹੋਈ ਹੈਗੀ। ਸੋ ਸ਼ਾਇਦ ਉਹਨਾਂ ਦੇ ਅੰਦਰ ਕੋਈ ਸੱਚਾਈ ਹੋਣੀ ਹੈ ਜਾਂ ਉਹਨਾਂ ਨੂੰ ਉੱਥੇ ਵਧੀਆ ਨਹੀਂ ਲੱਗਿਆ ਹੋਣਾ ਹੈਗਾ ਵੀ ਛੱਡ ਕੇ ਉਹ ਦੂਜੇ ਆਪਣੇ ਪਾਰਟੀ ਦੇ ਵਿੱਚ ਸ਼ਾਮਿਲ ਹੋ ਰਹੇ ਨੇ। ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਅੱਜ ਤੋਂ 100 ਦਿਨ ਦੀ ਯਾਤਰਾ ਸ਼ੁਰੂ ਕੀਤੀ ਹੈ, ਕਿਸਾਨਾਂ ਨੂੰ ਮਿਲਣਗੇ। ਹਾਲਾਂਕਿ ਹਰ ਵਰਗ ਨੂੰ ਉਹਨਾਂ ਨੇ ਕਿਹਾ ਕਿ ਮੈਂ ਮਿਲੂੰਗਾ ਤੇ ਉਹਨਾਂ ਦੀ ਸਮੱਸਿਆਵਾਂ ਪੁੱਛੂੰਗਾ, ਤੇ ਨਾਲ ਇੱਕ ਪੇਟੀ ਵੀ ਤਿਆਰ ਕੀਤੀ ਗਈ ਹੈ। ਉਹਦੇ ਵਿੱਚ ਸੁਝਾਅ ਪਾਏ ਜਾਣਗੇ ਕਿ ਕਿਹੜਾ ਸੁਝਾਅ ਹੈ ਤੁਹਾਡਾ ਚਾਹੀਦਾ ਹੈ ਸਰਕਾਰ ਸਾਡੀ ਆਵੇ। ਕਿਵੇਂ ਸਮਝਦੇ ਹੋ ਇਸ ਪੇਟੀ ਨੂੰ ਤੇ ਸਿਆਸੀ ਸਟੰਟ ਨੂੰ ਸਮਝਦੇ ਹੋ ਕਿਵੇਂ ਕਿ ਆਪਣੀਆਂ ਵੋਟਾਂ ਕਰਕੇ ਹੀ ਜਿਹੜਾ ਸਕੀਮ ਚਲਾਈ ਜਾ ਰਹੀ ਹੈ? ਦੇਖੋ ਜੀ, ਚਾਹੇ ਸਿਆਸੀ ਸਟੰਟ ਹੋਵੇ ਚਾਹੇ ਕੁਝ ਮਰਜ਼ੀ ਹੋਵੇ ਜੀ, ਜੇ ਲੋਕਾਂ ਦਾ ਭਲਾ ਹੋ ਰਿਹਾ ਤਾਂ ਮੈਂ ਕਹਿੰਦਾ ਉਹ 'ਚ ਬੁਰੀ ਗੱਲ ਹੈ ਨਹੀਂ ਜੀ। ਸੋ ਜੇ ਉਹ ਲੋਕਾਂ ਦੇ ਵਿਚਾਰ ਇਕੱਠੇ ਕਰ ਰਹੇ ਨੇ, 100 ਪਿੰਡ ਦੇ ਵਿੱਚ ਜਾ ਕੇ
ਚਲੋ ਕਿਸੇ ਨੇ ਤਾਂ ਪਹਿਲ ਕੀਤੀ, ਕਿਉਂਕਿ ਮੈਂ ਕਿਸੇ ਰਾਜਨੀਤਿਕ ਪਾਰਟੀ, ਮੈਂ ਥੋੜਾ ਜਿਹਾ ਇਹਨਾਂ ਚੀਜ਼ਾਂ ਤੋਂ ਦੂਰ ਹੁੰਨਾ ਜੀ। ਮੈਂ ਚਾਹੇ ਕਿਸੇ ਕੋਈ ਵੀ ਪਾਰਟੀ ਹੈ, ਮੇਰਾ ਐਂਡ ਆਫ ਦਾ ਡੇ ਮੇਰੀ ਸੋਚਣੀ ਇਹ ਹੁੰਦੀ ਹੈ ਜੀ ਵੀ ਸਾਡੇ ਦੇਸ਼ ਦੀ ਭਲਾਈ ਹੋਵੇ, ਸਾਡੇ ਦੇਸ਼ ਦੀ ਤਰੱਕੀ ਹੋਵੇ। ਜੇ ਬਾਦਲ ਸਾਹਿਬ ਨੇ ਇਹ ਕਦਮ ਚੱਕਿਆ ਹੈਗਾ ਜੀ ਤਾਂ ਬਹੁਤ ਸ਼ਲਾਘਾਯੋਗ ਹੈ ਕਿ ਉਹ ਲੋਕਾਂ ਦੀ ਰਾਏ ਲੈ ਰਹੇ ਨੇਗੇ। ਸੋ ਜਿਵੇਂ ਉਹੀ ਗੱਲ ਮੈਂ ਰਿਪੀਟ ਕਰ ਰਿਹਾ, ਜੇ ਸਟੰਟ ਵੀ ਹੈਗਾ ਜੀ ਤਾਂ ਜੇ ਹੁਣ ਮਾੜੀ ਗੱਲ ਤਾਂ ਇਹਦੇ ਵਿੱਚ ਕੋਈ ਹੈ ਨਹੀਂ। ਸੋ ਮੈਂ ਤਾਂ ਹਰ ਇੱਕ ਚੀਜ਼ ਨੂੰ, ਕੋਈ ਬੰਦਾ ਸਟੈਪ ਚੱਕਦਾ ਜੀ, ਮੈਂ ਤਾਂ ਹਮੇਸ਼ਾ ਪੋਜ਼ਿਟਿਵ ਦੇਖਦਾ। ਸੋ ਚੰਗੀ ਸੋਚ ਹੈ ਜੀ, ਤੇ ਜੇ ਉਹ ਸੁਝਾਵਾਂ ਦੇ ਉੱਤੇ ਅਮਲ ਵੀ ਹੋ ਜੇ ਤਾਂ ਹੋਰ ਵੀ ਚੰਗੀ ਗੱਲ ਹੈ। ਬੀਜੇਪੀ ਦੇ ਹਰਜੀਤ ਜੀ ਇਹ ਵੀ ਕਹਿੰਦੇ ਨੇ, ਕਹਿੰਦੇ ਜਦੋਂ ਵੀ ਕੋਈ ਅਕਾਲੀ ਦਲ ਜਾਂਦਾ ਤਾਂ ਕਾਂਗਰਸ ਵਾਲੇ ਆਪਣੇ ਬੰਦੇ ਖੜੇ ਕਰ ਦਿੰਦੇ ਨੇ, ਜੇ ਕਾਂਗਰਸ ਵਾਲੇ ਜਾਂਦੇ ਤਾਂ ਅਕਾਲੀ ਦਲ ਆਪਣੇ ਖੜੇ ਕਰ ਦਿੰਦਾ, ਨਾਲ ਬੀਜੇਪੀ ਵਾਲੇ ਖੜੇ ਕਰ ਦਿੰਦੇ ਨੇ। ਕਿਸਾਨ ਜਿਹੜੇ ਨੇ ਉਹ ਵਿਰੋਧ ਨਹੀਂ ਕਰ ਰਹੇ। ਦੇਖੋ ਇਹ ਤਾਂ ਮੈਂ ਉਹੀ ਗੱਲ ਕਰਦਾ ਨਹੀਂ ਜੀ, ਪਾਰਟੀਆਂ ਦੇ ਇੱਕ ਦੂਜੇ ਦੇ ਨਾਮ ਲਾ ਕੇ ਵੀ ਮੈਂ ਕਹਿੰਦਾ ਵੀ ਜਿਹੜੇ ਮੁੱਦੇ ਨੇ ਉਹਦੀ ਗੱਲ ਕਿਉਂ ਨਹੀਂ ਕਰਦਾ। ਉਹ ਦੂਜੇ ਦੀ ਫੇਲ ਉਹ ਗਿਣਾਈ ਜਾਂਦੇ ਜੀ, ਵੀ ਫਲਾਣੀ ਪਾਰਟੀ ਨੇ ਆਹ ਫੇਲ ਹੋ ਗਿਆ, ਫਲਾਣੀ ਪਾਰਟੀ ਨੇ ਆਹ ਉਹ ਕਰਤਾ। ਸੋ ਕਿਸਾਨੀ ਹੁਣ ਜਿਹੜਾ ਮੁੱਦਾ ਹੈਗਾ, ਤੁਸੀਂ ਮੁੱਦੇ ਦੀ ਗੱਲ ਕਿਉਂ ਨਹੀਂ ਕਰਦੇ? ਜਿਹੜਾ ਦੂਜੇ ਤੇ ਤੌਮਤਾ ਲਾਉਂਦਾ ਵੀ ਤੁਸੀਂ ਸਾਰੇ ਆ ਕੇ ਬੈਠੋ ਇੱਥੇ, ਸਾਡੀਆਂ ਕਿਸਾਨਾਂ ਦੇ ਜਿਹੜੀਆਂ ਮੰਗਾਂ ਨੇ ਉਹਨੂੰ ਕੇਂਦਰ ਸਰਕਾਰ ਦੇ ਅੱਗੇ ਰੱਖੋ। ਕੋਈ ਹੁਣ ਸਾਰੇ ਇੱਥੇ ਬੈਠੇ ਨੇ, ਕੋਈ ਐਦਾਂ ਲੀਡਰ ਆਗੂ ਉਹ ਕਿਉਂ ਨਹੀਂ ਇਕੱਠੇ ਹੁੰਦੇ? ਦੂਜੀਆਂ ਪਾਰਟੀਆਂ ਉਹ ਇਕੱਠੇ ਹੋ ਕੇ ਉਹਨਾਂ ਨੂੰ, ਤਾਂ ਕਿ ਪ੍ਰੈਸ਼ਰ ਹੋਰ ਵਧੇ, ਸਾਡੀ ਜਿਹੜੀ ਯੂਨਿਟੀ ਹੈਗੀ ਆ ਪੰਜਾਬ ਦੀ, ਆਪਣਾ ਇਕਜੁੱਟਤਾ ਹੈਗੀ ਆ, ਉਹ ਹੋਰ ਸਟਰੋਂਗ ਹੋਵੇ। ਸੋ ਬਾਰ-ਬਾਰ ਮੈਂ ਤਾਂ ਇਹੀ ਕਹਿਣਾ ਜੀ, ਰਾਜਨੀਤਿਕ ਮੈਨੂੰ ਇੰਨਾ ਜ਼ਿਆਦਾ ਗਿਆਨ ਨਹੀਂ, ਬਸ ਮੈਨੂੰ ਇੰਨਾ ਜੀ ਵੀ ਆਪਣਾ ਦੇਸ਼ ਹੈ ਜਿਹੜਾ ਉਹ ਤਰੱਕੀ ਕਰੇ। ਜਿਹੜੀ ਵੀ ਪਾਰਟੀ ਇਹਦਾ ਚੰਗਾ ਸੋਚਦੀ ਹੈ, ਚੰਗਾ ਭਾਲਦੀ ਹੈ ਜੀ, ਆਪਾਂ ਉਹਨਾਂ ਨੂੰ ਮੱਥਾ ਟੇਕਦੇ ਹਾਂ ਜੀ ਸਦਕੇ। ਸੋ ਤੁਹਾਡੀ ਲਾਈਨ ਦਾ ਗੱਲ ਕਰ ਲੈਂਦੇ ਆ, ਜਿਹੜੇ ਗਾਇਕ ਨੇ ਉਹ ਆਪਣਾ ਕਹਿੰਦੇ ਨੇ ਫਰੰਟ ਤਿਆਰ ਕੀਤਾ ਜਾਵੇ, ਤੇ ਮਗਰ ਕਿਸਾਨੀ ਤਾਂ ਨਹੀਂ ਕਰਨਾ ਚਾਹੁੰਦੇ, ਤੇ ਕਿਸਾਨੀ ਕੱਢ ਵੀ ਦਿੰਦੇ ਨੇ। ਅਗਰ ਕੋਈ ਕਹਿੰਦਾ ਕਿ ਟਕੈਰ ਜੀ ਕਹਿੰਦੇ ਨੇ, ਜਿਵੇਂ ਕੋਈ ਕਹਿੰਦਾ ਉਹਨਾਂ ਨੂੰ ਕੱਢ ਦੇ ਦਿੰਦਾ, ਪਰ ਕਿਸਾਨਾਂ ਵੱਲੋਂ ਇਹ ਵੀ ਕਿਹਾ ਜਾਂਦਾ ਅਗਰ ਗਾਇਕ ਜਿਹੜੇ ਨੇ ਉਹ ਆਪਣਾ ਫਰੰਟ ਤਿਆਰ ਕਰਨਗੇ, ਉਹਦੇ ਵਿੱਚ ਸਹਿਮਤ ਹੋ ਤੁਸੀਂ? ਫਾਇਦਾ ਹੋਣਾ ਚਾਹੀਦਾ ਜੀ, ਚਾਹੇ ਉਹ ਗਾਇਕ ਹੈ ਚਾਹੇ ਕੋਈ ਮਰਜ਼ੀ ਆ। ਜੇ ਕੋਈ ਗਾਇਕ ਭੈਣ ਭਰਾ, ਕੋਈ ਵੀ ਕਲਾਕਾਰ ਅੱਗੇ ਆ ਕੇ ਕਿਸਾਨਾਂ ਦੀਆਂ ਮੰਗਾਂ ਦੇ ਲਈ ਖੜਾ ਹੁੰਦਾ ਤਾਂ ਉਹ 'ਚ ਮਾੜੀ ਗੱਲ ਤਾਂ ਕੋਈ ਹੈ ਨਹੀਂ ਜੀ। ਤੇ ਜੇ ਕੋਈ ਹੁਣ ਉਹੀ ਹੈ ਇਹ ਬਿਆਨਬਾਜ਼ੀ ਤਾਂ ਜੀ, ਜਿੱਥੇ ਸੰਘਰਸ਼ ਹੁੰਦੇ ਜਾਂ ਜਿੱਥੇ ਕੋਈ ਚੰਗੀ ਸੋਚ ਹੁੰਦੀ ਹੈ, ਵਿਰੋਧਤਾ ਤਾਂ ਹਮੇਸ਼ਾ ਜੀ ਪਹਿਲੇ ਦਿਨ ਤੋਂ ਹੀ ਹੁੰਦੀ ਆ ਰਹੀ ਹੈ। ਸੋ ਮੈਂ ਕਹਿੰਦਾ ਜੀ, ਆਪਣਾ ਜਿਹੜਾ ਚਰਿੱਤਰ ਹੈਗਾ ਉਹਦੇ 'ਚ ਕਰਪਸ਼ਨ ਨਹੀਂ ਹੋਣੀ ਚਾਹੀਦੀ। ਤੁਹਾਡਾ ਕਰੈਕਟਰ ਤੁਸੀਂ ਆਪਣਾ ਸੁੱਚਾ ਰੱਖੋ ਜੀ। ਜੇ ਇਹ ਕਰਪਸ਼ਨ ਚਲੀ ਗਈ ਤਾਂ ਬੰਦਾ ਕੋਈ ਫਿਰ ਸਾਰੇ ਮਤਲਬ ਇਕਜੁੱਟ ਹੋ ਕੇ ਇੱਕ ਚੰਗੇ ਵਿਚਾਰ ਦੇ ਬਾਰੇ, ਇੱਕ ਚੰਗੇ ਪੰਜਾਬ ਦੀ, ਇੱਕ ਚੰਗੇ ਭਵਿੱਖ ਦੀ, ਇੱਕ ਚੰਗੀ ਕਿਸਾਨੀ ਦੀ ਗੱਲ ਕਰਨਗੇ ਜੀ। ਚਹਿਲ ਜਿਨ੍ਹਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਸਾਰੀਆਂ ਪਾਰਟੀਆਂ ਜਿਹੜੀਆਂ ਉਹ ਇਕਜੁੱਟਾਂ ਹੋਣ, ਤੇ ਨਾਲ ਦੇ ਨਾਲ ਮੋਦੀ ਸਰਕਾਰ ਤੇ ਜਿਹੜਾ ਉਹ ਪ੍ਰੈਸ਼ਰ ਪਵੇ, ਤੇ ਖੇਤੀ ਕਾਨੂੰਨ ਜਲਦੀ ਤੋਂ ਜਲਦੀ ਰੱਦ ਕਰਵਾਏ ਜਾਣ। ਚੰਡੀਗੜ੍ਹ ਤੋਂ ਸੰਦੀਪ ਸਿੰਘ ਔਨ 에ਅਰ।